ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਸਿੰਘ ਸਿੱਧੂ ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਤੇ ਆਮ ਲੋਕਾਂ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਤੀਜੀ ਵਾਰ ਰਿਮਾਂਡ ਮਿਲਿਆ ਤੇ ਰਿਮਾਂਡ ਮਿਲਣ ਤੋਂ ਬਾਅਦ ਰਾਤੋਂ ਰਾਤ ਇੱਕ ਵੱਡੀ ਖਬਰ ਆਈ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਸੰਬੰਧਿਤ ਕੁਝ ਅਹਿਮ ਕਾਗਜ਼ਾਤ ਜਿਹੜੇ ਆ ਉਹ ਵਿਜੀਲੈਂਸ ਦੇ ਹੱਥ ਲੱਗੇ ਨੇ। ਕਿਹੜੇ ਉਹ ਕਾਗਜ਼ਾਤ ਨੇ, ਕੀ ਕੁਝ ਗੱਲਬਾਤ ਹੈ, ਕਿਹੜੇ ਕਿਹੜੇ ਕਰੀਬੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਤੇ ਗੱਲਬਾਤ ਤੁਹਾਨੂੰ ਦੱਸਾਂਗੇ। ਨਾਲ ਹੀ ਨਾਲ ਗੱਲਬਾਤ ਉਸ ਤੋਂ ਵੀ ਅਹਿਮ ਖਬਰ ਕਿ ਅੱਜ 30 ਅਗਸਤ ਹੈ, ਯਾਨੀ ਕਿ ਕੋਟਕਪੂਰਾ ਗੋਲੀकांड ਦੀ ਐਸਆਈਟੀ ਦੇ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਜਾਰੀ ਕੀਤੇ ਗਏ ਸੀਗੇ ਕਿ 30 ਅਗਸਤ ਨੂੰ ਤੁਸੀਂ ਸਾਡੇ ਅੱਗੇ 10:30 ਵਜੇ ਪੇਸ਼ ਹੋਣਾ ਹੈ। ਤਾਂ ਕਿ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋਣਗੇ ਜਾਂ ਨਹੀਂ ਹੋਣਗੇ, ਕੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਿਹੋ ਜਿਹੀ ਰਹਿਣ ਵਾਲੀ ਹੈ, ਸੁਖਬੀਰ ਸਿੰਘ ਬਾਦਲ ਨੂੰ ਅੱਜ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ, ਇਸ ਤੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਨਾ, ਮੈਂ ਕਹਿਣਾ ਕਿ ਅੱਜ ਸੁਖਬੀਰ ਸਿੰਘ ਬਾਦਲ ਵਾਲੀ ਖਬਰ ਤੋਂ ਕਰੀਏ, ਹਾਲਾਂਕਿ ਆਸ਼ੂ ਵਾਲੀ ਖਬਰ ਵੀ ਬੜੀ ਅਹਿਮ ਹੈ, ਉਹ ਤੇ ਵੀ ਆਪਾਂ ਗੱਲਬਾਤ ਕਰਾਂਗੇ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਸੰਮਨ ਜਿਹੜਾ ਐਸਆਈਟੀ ਦੇ ਵੱਲੋਂ ਜਾਰੀ ਕੀਤਾ ਗਿਆ ਸੀਗਾ ਉਹ ਜ਼ਰੂਰ ਜਿਹੜਾ ਉਹ ਦਿਖਾਇਆ ਜਾਵੇ। ਸੰਮਨ ਜਿਹੜਾ ਐਸਆਈਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜਾਰੀ ਕੀਤਾ ਗਿਆ ਸੀਗਾ। ਸਰ, ਸੋਸ਼ਲ ਮੀਡੀਆ ਤੇ ਪੂਰੇ ਤਰੀਕੇ ਦੇ ਨਾਲ ਉਹ ਸੰਮਨ ਘੁੰਮ ਰਿਹਾ। ਸਾਡੇ ਕੋਲੇ ਵੀ ਉਹ ਸੰਮਨ ਘੁੰਮਿਆ, ਕੁਝ ਦਿਨ ਪਹਿਲਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦਿਖਾਇਆ ਸੰਮਨ। ਤਾਂ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੇਸ਼ ਹੋਣ ਲਈ ਉਹ ਜਾਰੀ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਮੈਂ ਜ਼ਰੂਰ ਪੇਸ਼ ਹੋਵਾਂਗਾ ਪਰ ਮੈਨੂੰ ਹਲੇ ਤੱਕ ਸੰਮਨ ਨਹੀਂ ਮਿਲਿਆ। ਉਦੋਂ ਆਇਆ ਸੀਗਾ ਵੀ ਚਲੋ ਅੱਜ ਹੀ ਸੰਮਨ ਜਾਰੀ ਹੋਇਆ, ਚਲੋ ਅੱਜ ਨਹੀਂ ਪਹੁੰਚਿਆ ਹੋਣਾ ਸੁਖਬੀਰ ਕੋਲ ਸੰਮਨ। ਹੁਣ ਵੀ ਕੁਝ ਦੱਬੀ ਜ਼ਬਾਨ ਦੇ ਵਿੱਚ ਅਕਾਲੀ ਆਗੂ ਇਹ ਕਹਿੰਦੇ ਦਿਖਾਈ ਦੇ ਰਿਹਾ ਕਿ ਹਾਲੇ ਤੱਕ ਵੀ ਸੁਖਬੀਰ ਨੂੰ ਸੰਮਨ ਜਿਹੜਾ ਉਹ ਨਹੀਂ ਮਿਲਿਆ। ਆਹ ਸੰਮਨ ਪਿਆ, ਜੇ ਸਾਡੇ ਕੋਲੇ ਸੰਮਨ ਪਹੁੰਚ ਗਿਆ, ਲੋਕਾਂ ਤੱਕ ਸੰਮਨ ਪਹੁੰਚ ਗਿਆ, ਫਿਰ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਿਉਂ ਨਹੀਂ ਪਹੁੰਚਿਆ? ਜਾਂ ਫਿਰ ਪਹੁੰਚਿਆ ਜਾਂ ਨਾਟਕ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣ ਦੇ ਕਰਕੇ? ਸੁਖਵਿੰਦਰ ਜੀ, ਬੜਾ ਮਹੱਤਵਪੂਰਨ ਪ੍ਰਸ਼ਨ ਆ ਕਿ ਜਿਹੜੀ ਐਸਆਈਟੀ ਵੱਲੋਂ ਬਕਾਇਦਾ ਤੌਰ ਤੇ 30 ਅਗਸਤ ਦਾ ਐਲਾਨ ਕਰ ਦਿੱਤਾ ਗਿਆ ਕਿ ਇਸ ਦਿਨ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ। ਦੂਜੇ ਪਾਸੇ ਐਸਆਈਟੀ ਵੱਲੋਂ ਇਹ ਜਾਰੀ ਸੰਮਨ ਸੋਸ਼ਲ ਮੀਡੀਆ ਤੇ ਚੱਲਦਾ ਪਿਆ, ਟੀਵੀ ਤੇ ਵੀ ਚੱਲਦਾ ਪਿਆ। ਤੁਹਾਨੂੰ ਯਾਦ ਹੋਏਗਾ ਕਿ ਜਿਸ ਦਿਨ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਹੋਈ ਤਾਂ ਉਸ ਦਿਨ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਇਹੋ ਜਿਹੇ ਹਜ਼ਾਰਾਂ ਸੰਮਨ ਜਾਰੀ ਹੁੰਦੇ ਆ, ਜੇ ਮੈਨੂੰ ਆ ਜਾਊਗਾ ਤਾਂ ਮੈਂ ਪੇਸ਼ ਹੋ ਜਾਊਗਾ, ਮੈਨੂੰ ਅਜੇ ਸੰਮਨ ਮਿਲਿਆ ਨਹੀਂ। ਹੁਣ ਇੰਨੇ ਦਿਨ ਹੋ ਚੁੱਕੇ ਨੇ ਤੇ ਅਜੇ ਵੀ ਉਹਨਾਂ ਦਾ ਇਹੋ ਹੀ ਅਕਾਲੀ ਦਲ ਜਿਹੜਾ ਕਹਿ ਰਿਹਾ ਕਿ ਸਾਡੇ ਕੋਲ ਸੰਮਨ ਅਜੇ ਨਹੀਂ ਪਹੁੰਚਿਆ। ਪਰ ਸੁਖਵਿੰਦਰ ਜੀ, ਇਹਦੇ ਵਿੱਚ ਇੱਕ ਗੱਲ ਜਿਹੜੀ ਬੜੀ ਧਿਆਨ ਦੇਣ ਯੋਗ ਹੈ, ਜੇ ਤੁਸੀਂ ਉਸ ਗੱਲ ਨੂੰ ਵਿਚਾਰੋ ਤਾਂ ਪਤਾ ਲੱਗ ਜਾਏਗਾ ਕਿ ਸੰਮਨ ਸੰਬੰਧੀ ਕਿਉਂ ਇਹ ਰੌਲਾ ਪਾਇਆ ਜਾ ਰਿਹਾ। ਪ੍ਰੈਸ ਕਾਨਫਰੰਸ ਸੁਖਬੀਰ ਸਿੰਘ ਬਾਦਲ ਕਰਦੇ ਆ ਤਾਂ ਉਹਦੇ ਵਿੱਚ ਉਹ ਸਵਾਲ ਜਿਹੜਾ ਐਸਆਈਟੀ ਨੇ ਪੁੱਛਣਾ, ਉਹ ਸਵਾਲ ਸਭ ਤੋਂ ਪਹਿਲਾਂ ਪ੍ਰੈਸ ਦੇ ਵਿੱਚ, ਮੀਡੀਆ ਦੇ ਵਿੱਚ ਕਰ ਦਿੰਦੇ ਆ ਜੀ ਵੇਖੋ ਜੀ, ਗੋਲੀ ਮੈਂ ਥੋੜਾ ਚਲਾਈ ਆ, ਮੇਰੇ ਕਹਿਣ ਤੇ ਥੋੜਾ ਚੱਲੀ ਗੋਲੀ, ਤਾਂ ਐਸਟੀਐਮ ਦੇ ਹੁਕਮਾਂ ਤੇ ਚੱਲੇ ਤੇ ਐਸਟੀਐਮ ਅਜੇ ਵੀ ਆਪਣੇ ਇਸ ਮੁੱਦੇ ਤੇ ਕਾਇਮ ਹੈਗਾ, ਇਸ ਬਿਆਨ ਤੇ ਕਾਇਮ ਹੈਗਾ। ਇਹ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਨਹੀਂ ਸੀ ਪੁੱਛਿਆ, ਇਹ ਉਹਨਾਂ ਨੇ ਆਪਣਾ ਪੱਖ ਜਿਸ ਤਰ੍ਹਾਂ ਪਹਿਲਾਂ ਹੀ ਪੇਸ਼ ਕਰ ਦਿੱਤਾ। ਤੇ ਫਿਰ ਉਸ ਤੋਂ ਮਗਰੋਂ ਇੰਨੀ ਗੱਲ ਕਹਿ ਦਿੱਤੀ ਕਿ ਮੇਰੇ ਕੋਲ ਅਜੇ ਤੱਕ ਜਿਹੜੀ ਡਿਟੇਲ ਆ ਸੰਮਨ ਜਿਹੜਾ ਉਹ ਨਹੀਂ ਪਹੁੰਚਿਆ। ਤਾਂ ਸੁਖਵਿੰਦਰ ਜੀ, ਇਸ ਦਾ ਸਾਫ਼ ਤੇ ਸਪਸ਼ਟ ਅਰਥ ਇਹ ਆ ਕਿ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਥਿਤੀ ਆ ਬੜੀ ਦੁਚਿੱਤੀ ਵਾਲੀ ਹੈ। ਬਹੁਤ ਅਸੀਂ ਕਹਿ ਸਕਦੇ ਉਹਦਾ ਦਬਾਅ ਜਿਹੜਾ ਇੱਕ ਤਰੀਕੇ ਦਾ ਉਹਨਾਂ ਤੇ ਦਿਖਾਈ ਦੇ ਰਿਹਾ ਇਸ ਸੰਮਨ ਨੂੰ ਲੈ ਕੇ, ਜਾਂ ਐਸਆਈਟੀ ਦੇ ਸਾਹਮਣੇ ਜਿਹੜੀ ਪੁੱਛਗਿੱਛ ਹੋਣੀ ਆ ਉਸ ਨੂੰ ਲੈ ਕੇ ਉਹ ਇੱਕ ਦਬਾਅ ਦੇ ਵਿੱਚ ਲੰਘਦੇ ਪਏ ਨੇ। ਹਾਲਾਂਕਿ ਕੋਈ ਵੀ ਰਾਜਨੀਤਿਕ ਆਗੂ ਇਹੋ ਜਿਹੀਆਂ ਸਥਿਤੀਆਂ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ, ਪਰ ਕਿਉਂਕਿ ਇਹ ਮੁੱਦਾ ਪੰਜਾਬ ਦੇ ਵਿੱਚ ਇੱਕ ਭਖਵਾ ਮੁੱਦਾ ਔਰ ਜਿਹਦੇ ਨਾਲ ਹਰ ਵਿਅਕਤੀ ਸੰਬੰਧਿਤ ਆ, ਇਸ ਕਾਰਨ ਸ਼ਾਇਦ ਸੁਖਬੀਰ ਸਿੰਘ ਬਾਦਲ ਇਹ ਅਸੀਂ ਕਹਿ ਸਕਦੇ ਕਿ ਐਸਆਈਟੀ ਤੋਂ ਪਹਿਲੀ ਪੇਸ਼ੀ ਜਾਂ ਦੂਜੀ ਪੇਸ਼ੀ ਤੋਂ ਬਚਣ ਦਾ ਇੱਕ ਬਹਾਨਾ ਜਿਹੜਾ ਉਹ ਤਲਾਸ਼ ਕਰ ਰਹੇ ਹੋਣ ਕਿ ਚਲੋ ਪੇਸ਼ ਤਾਂ ਹੋਣਾ ਹੀ ਆ, ਪਰ ਜਿੰਨਾ ਚਿਰ ਤੱਕ ਇਸ ਮਸਲੇ ਨੂੰ ਲਟਕਾਇਆ ਜਾ ਸਕੇ ਲਟਕਾਇਆ ਜਾਵੇ। ਸੋ ਇਹੋ ਜਿਹੇ ਸੰਬੰਧਾਂ ਦੇ ਵਿੱਚ ਇਹ ਜਿਹੜੇ ਬਿਆਨ ਆਉਣੇ ਕਿ ਐਸਆਈਟੀ ਦਾ ਅਜੇ ਤੱਕ ਸੰਮਨ ਜਿਹੜਾ ਸਾਡੇ ਕੋਲ ਪਹੁੰਚਿਆ ਨਹੀਂ, ਜਾਂ ਮੈਂ ਰਿਸੀਵ ਨਹੀਂ ਕੀਤਾ, ਮੈਂ ਦੁਬਈ 'ਚ ਹਾਂ, ਇਹ ਹੈ ਉਹ ਹੈ, ਇਹ ਕੇਵਲ ਤੇ ਕੇਵਲ ਪੇਸ਼ੀ ਨੂੰ ਲਟਕਾਉਣ ਦੇ ਸੰਬੰਧ ਦੇ ਵਿੱਚ ਹੁੰਦਾ, ਕਿਉਂਕਿ ਇਸ ਮਸਲੇ ਨੂੰ ਜਿੰਨਾ ਲਟਕਾਇਆ ਜਾਵੇ ਹਰ ਮੁੱਦਾ ਇਹਦੇ ਤੇ ਰਾਜਨੀਤੀ ਜਿਹੜੀ ਹੋਵੇਗੀ। ਹੁਣ ਇੱਕ ਪਾਸੇ ਨਾ ਆਮ ਆਦਮੀ ਪਾਰਟੀ ਤੇ ਦਬਾਅ ਜਿਹੜਾ ਉਹ 1 ਤਰੀਕ ਨੂੰ ਬਰਗਾੜੀ ਮੋਰਚੇ ਨੂੰ ਲੈ ਕੇ ਹੈਗਾ ਕਿ ਉਸ ਦਿਨ ਐਲਾਨ ਕਰ ਸਕਦੇ ਆ। ਇਸੇ ਕਾਰਨ ਉਹਨਾਂ ਨੇ 30 ਅਗਸਤ ਨੂੰ ਅੱਜ ਜਥਾ 10:30 ਵਜੇ ਸੁਖਬੀਰ ਸਿੰਘ ਬਾਦਲ ਨੂੰ ਸੱਦ ਲਿਆ ਗਿਆ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ
ਕਿ ਇਸ ਮੁੱਦੇ ਤੇ ਸਰਕਾਰ ਜਿਹੜੀ ਬੜੀ ਫਸਵੀਂ ਸਥਿਤੀ 'ਚ ਆ, ਤਾਂ ਕਿਉਂ ਨਾ ਹੋਵੇ ਇਸ ਗੱਲ ਦਾ ਬਹਾਨਾ ਲਾ ਕੇ 1 ਤਰੀਕ ਨੂੰ ਵੇਖ ਲਿਆ ਜਾਵੇ ਕਿ ਬਰਗਾੜੀ ਮੋਰਚੇ ਦੇ ਅਹੁਦੇਦਾਰਾਂ ਦਾ ਜਾਂ ਬਰਗਾੜੀ ਮੋਰਚੇ ਨਾਲ ਸੰਬੰਧਿਤ ਧਿਰਾਂ ਦਾ ਇਸ ਸਾਰੇ ਮਸਲੇ ਪ੍ਰਤੀ ਸਰਕਾਰ ਨੂੰ ਕਿਹੋ ਜਿਹੀ ਕਸੂਤੀ ਹਾਲਤ ਵਿੱਚ ਪਸੰਦੇ ਆ ਜਾਂ ਨਹੀਂ ਪਸੰਦੇ। ਇਹ ਵੀ ਇੱਕ ਰਣਨੀਤੀ ਹੋ ਸਕਦੀ ਹੈ ਅਕਾਲੀ ਦਲ ਦੀ ਕਿ 1 ਤਰੀਕ ਜਿਹੜੀ ਹੈ ਕਿਸੇ ਤਰੀਕੇ ਨਾਲ ਨਿਪਟਾਈ ਜਾਵੇ, ਉਸ ਤੋਂ ਬਾਅਦ ਜਿਹੜਾ ਫਿਰ ਜਦੋਂ ਸੰਮਣ ਹੋਣ ਫਿਰ ਪੇਸ਼ ਹੋਵੇ, ਤਾਂ ਜੋ ਸਰਕਾਰ ਦੁਵਿਧਾ ਦੇ ਵਿੱਚ ਫਸੀ ਰਹੇ ਜਾਂ ਸਰਕਾਰ ਤੇ ਇੱਕ ਦਬਾਅ ਜਿਹੜਾ ਰਵੇ। ਸੋ ਅਜਿਹੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਇਸ ਸੰਮਣ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ। ਬਾਕੀ 10:30 ਵਜੇ ਜਿਹੜੀ ਤਸਵੀਰ ਆ ਸੁਖਵਿੰਦਰ ਜੀ, ਉਹ ਸਾਫ਼ ਤੇ ਸਪਸ਼ਟ ਹੋ ਜਾਵੇਗੀ ਕਿ ਵਾਕਿਆ ਹੀ ਸੰਮਣ ਨਹੀਂ ਮਿਲੇ, ਤੇ ਜੇ ਵਾਕਿਆ ਮਿਲੇ, ਜੇ ਨਹੀਂ ਮਿਲੇ ਤੇ ਫਿਰ ਅਕਾਲੀ ਦਲ ਦਾ ਪ੍ਰਤੀਕਰਮ ਕੀ ਆ, ਤੇ ਜੇਕਰ ਮਿਲਦੇ ਆ, ਜੇਕਰ ਮਿਲ ਚੁੱਕੇ ਹੋਣ ਤਾਂ ਕੀ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ? ਕਿਉਂਕਿ ਇੱਕ ਪਾਸੇ ਇਹ ਵੀ ਲੱਗਦਾ ਕਿ ਜਿਸ ਤਰੀਕੇ ਪਰ ਸਥਿਤੀਆਂ ਤਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਲਈ ਵੀ ਤਾਂ ਮੁਸ਼ਕਿਲਾਤਾਂ ਭਰੀਆਂ ਹੋ ਸਕਦੀਆਂ ਨਾ, ਕਿਉਂਕਿ ਜੇ ਉਹ ਪੇਸ਼ ਨਾ ਹੋਏ ਤਾਂ ਲੋਕਾਂ ਦੇ ਵਿੱਚ ਗੱਲ ਜਾਊਗੀ, ਸਰਕਾਰ ਨੂੰ ਵੀ ਕਹਿਣ ਦੀ ਇੱਕ ਗੱਲ ਹੋ ਜੂਗੀ ਕਿ ਭਾਈ ਦੇਖੋ ਅਸੀਂ ਸੱਦਿਆ ਸੀਗਾ ਉਹ ਆਏ ਨਹੀਂ, ਤੇ ਜੇ ਅਸੀਂ ਕੋਈ ਫੜ ਕੇ ਲਿਆਵਾਂਗੇ ਫਿਰ ਇਹਨਾਂ ਨੇ ਗਲਤ ਵਾਲੇ ਪਾਸੇ ਲੈ ਕੇ ਜਾਣਾ। ਤਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਵੀ ਜਾਂਚ ਤੋਂ ਭੱਜਣ ਦੇ ਜਾਂ ਪੁੱਛਗਿੱਛ ਤੋਂ ਭੱਜਣ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਆਊਗਾ, ਅਕਾਲੀ ਦਲ ਵੀ ਤਾਂ ਉਹਦੇ ਬੁਰੇ ਤਰੀਕੇ ਨਾਲ ਫਸਦਾ ਹੀ ਆ। ਫਿਰ ਸੁਖਵਿੰਦਰ ਜੀ, ਅਕਾਲੀ ਦਲ ਤਾਂ ਅੱਗੇ ਹੀ ਇਸ ਮੁੱਦੇ ਤੇ ਫਸਿਆ। ਅਕਾਲੀ ਦਲ, ਤੁਸੀਂ ਇਸ ਮੁੱਦੇ ਤੋਂ ਜਾਣ ਦੀ ਗੱਲ ਨਹੀਂ, ਅਕਾਲੀ ਦਲ ਅੱਗੇ ਭੱਜੇ ਸਾਬਤ ਹੋ ਜਾਣਾ ਨਾ ਕਿ ਜੇ ਤੁਸੀਂ ਸੱਚੇ ਹੋ ਤਾਂ ਫਿਰ ਸਹੀ ਦੀ ਅੱਗੇ ਪੇਸ਼ ਹੋ ਜਾਓ। ਨਹੀਂ, ਮੈਂ ਉਧਰ ਹੀ ਤੁਹਾਡੀ ਗੱਲ ਦਾ ਜਵਾਬ ਲੱਗਾ ਸਾਂ ਦੇਣ ਕਿ ਐਸਆਈ ਸਰਕਾਰ ਜਿਹੜੀ ਅਕਾਲੀ ਦਲ ਦੀ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਨਾ, ਇਸ ਮੁੱਦੇ ਦੇ ਉੱਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਬਚਾਅ ਦੀ ਨਹੀਂ ਆ, ਉਹ ਇਸ ਮੁੱਦੇ ਤੇ ਹਮਲਾਵਰ ਰੁਚੀ ਨੂੰ ਲੈ ਕੇ ਚੱਲਦੇ ਪਈ, ਖਾਸ ਤੌਰ ਤੇ ਉਦੋਂ ਜਦੋਂ ਬੇਅਦਬੀਆਂ ਦੇ ਸੰਬੰਧੀ ਇਨਸਾਫ ਕੋਰਟ ਨੇ ਜਿਹੜਾ ਫੈਸਲਾ ਆਇਆ ਸੀ। ਮੈਨੂੰ ਅਜੇ ਤੱਕ ਯਾਦ ਆ ਕਿ ਉਦੋਂ ਸੰਬੰਧ ਚ ਸੁਖਬੀਰ ਹੁਣਾਂ ਨੇ ਇਸ ਗੱਲ ਨੂੰ ਇੰਨਾ ਫਲੇਅਰ ਅਪ ਕੀਤਾ ਕਿ ਵੇਖੋ ਸਾਨੂੰ ਤਾਂ ਕਲੀਨ ਚਿੱਟ ਮਿਲ ਗਈ, ਸਾਨੂੰ ਤਾਂ ਕਲੀਨ ਚਿੱਟ ਮਿਲ ਗਈ। ਤਾਂ ਆਹ ਜਿਹੜਾ ਮੁੱਦਾ ਜਿਹੜਾ ਤੁਸੀਂ ਕਹਿ ਰਹੇ, ਜਿਸ ਮੁੱਦੇ ਤੇ ਅਸੀਂ ਬਹਿਸ ਕਰ ਰਹੇ ਹਾਂ, ਇਸ ਮੁੱਦੇ ਤੇ ਵੀ ਅਕਾਲੀ ਦਲ ਉਸ ਮੁੱਦੇ ਦੇ ਨਾਲ ਜੋੜ ਕੇ ਹੀ ਇਸ ਮਸਲੇ ਨੂੰ ਟਪਾਉਣ ਦਾ ਯਤਨ ਕਰ ਰਿਹਾ, ਤੇ ਆਪਣੇ ਆਪ ਨੂੰ ਇੰਨੀ ਗੱਲ ਕਹਿਣ ਦੇ ਯਤਨਾਂ ਚ ਕਿ ਵੇਖੋ ਸਹੀ ਇਸ ਸਾਰੇ ਮਸਲੇ ਦੇ ਵਿੱਚੋਂ ਬਰੀ ਹੋ ਚੁੱਕੇ ਆ, ਸਾਨੂੰ ਕਿਸੇ ਵੀ ਕਿਸਮ ਦੀ ਦੋਸ਼ਾਂ ਦੇ ਵਿੱਚ ਸਾਹਮਣਾ ਕਰਨ ਦੀ ਲੋੜ ਨਹੀਂ। ਅਕਾਲੀ ਦਲ ਦਾ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਆ, ਜੇ ਸੁਖਵਿੰਦਰ ਜੀ ਸੁਖਬੀਰ ਨੇ ਪੇਸ਼ ਹੋਣਾ ਹੁੰਦਾ ਜਾਂ ਅਕਾਲੀ ਦਲ ਇਸ ਮਸਲੇ ਤੇ ਪੂਰਨ ਤੌਰ ਤੇ ਗੰਭੀਰਤਾ ਵਿਖਾਈ ਹੁੰਦੀ, ਤਾਂ ਇਹ ਜਿਹੜਾ ਬਿਆਨ ਮੈਂ ਸਟਾਰਟ ਤੇ ਗੱਲ ਕੀਤੀ ਕਿ ਉਸ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਸੀ ਪੈਣੀ ਕਿ ਐਸਟੀਐਮ ਨੇ ਕਹਿਣ ਤੇ ਗੋਲੀ ਚੱਲੀ। ਉਹਨੇ ਆਣ ਕੇ ਪ੍ਰੈਸ ਦੇ ਵਿੱਚ ਇਸ ਮੁੱਦੇ ਨੂੰ ਕਿਉਂ ਪੇਸ਼ ਕੀਤਾ? ਕਹਿਣ ਦਾ ਅਰਥ ਆ ਕਿ ਇਸ ਵੇਲੇ ਜਿਹੜੀ ਸੁਖਬੀਰ ਦੀ ਜਿਹੜੀ ਪੋਜੀਸ਼ਨ ਆ ਉਹ ਇਹੋ ਜਿਹੀ ਆ ਕਿ ਇਸ ਮੁੱਦੇ ਨੂੰ 1 ਤਰੀਕ ਦੇ ਨਾਲ ਜੋੜ ਕੇ ਵੇਖਿਆ ਜਾਏ। ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ ਕਿ ਇਹਦੇ ਨਾਲ ਅਕਾਲੀ ਦਲ ਵਾਸਤੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਕਿ ਫੜ ਕੇ ਲਿਆਉਣਗੇ, ਜੋ ਲਿਆਉਣਗੇ। ਸ਼ਾਇਦ ਅਕਾਲੀ ਦਲ ਇਸ ਮੁੱਦੇ ਤੇ ਵੀ ਰਾਜਨੀਤੀ ਕਰਨ ਨੂੰ ਤਿਆਰ ਹੋਵੇ ਕਿ ਠੀਕ ਆ, ਆਪਾਂ ਪੇਸ਼ ਨਹੀਂ ਹੁੰਦੇ ਤੇ ਜਦੋਂ ਸਾਨੂੰ ਅਰੈਸਟ ਕੀਤਾ ਜਾਊ ਅਸੀਂ ਕਹਾਂਗੇ ਕਿ ਦਬਾਅ ਦੇ ਵਿੱਚ ਗ੍ਰਿਫਤਾਰ ਕੀਤਾ, ਅਸੀਂ ਤਾਂ ਬਿਲਕੁਲ ਦੋਸ਼ਾਂ ਤੋਂ ਬਰੀ ਹੋ ਚੁੱਕੇ ਹਾਂ। ਇਹੋ ਜਿਹੀਆਂ ਸਥਿਤੀਆਂ ਵੀ ਰਣਨੀਤਿਕ ਖੇਡਾਂ ਜਿਹੜੀਆਂ ਨਾ ਉਹ ਖੇਡੀਆਂ ਜਾ ਸਕਦੀਆਂ। ਸੁਖਵਿੰਦਰ ਜੀ, ਅਕਾਲੀ ਦਲ ਬੀਤੇ ਦੌਰ 'ਚ ਇਹੋ ਜਿਹੀਆਂ ਖੇਡਾਂ ਖੇਡਦਾ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ SIT ਕਬਰ ਵਿਜੇ ਪ੍ਰਤਾਪ ਸਿੰਘ ਵਾਲੀ SIT ਸੀ ਤਾਂ ਉਹਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ, ਤਾਂ ਪ੍ਰਕਾਸ਼ ਸਿੰਘ ਬਾਦਲ 2 ਦਿਨ ਪਹਿਲਾਂ ਹੀ ਝੋਲਾ ਲੈ ਕੇ ਉੱਥੇ ਚੰਡੀਗੜ੍ਹ ਪਹੁੰਚ ਗਏ ਸੀ ਕਿ ਹਾਂ ਵੀ ਮੈਂ ਆਪੇ ਹੀ ਆ ਜਾਣਾ। ਤੁਹਾਨੂੰ ਯਾਦ ਹੋਵੇਗਾ ਇਸ ਗੱਲ ਦਾ। ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਨਾਂ ਦਿਨਾਂ 'ਚ 1-2 ਵਾਰੀ SIT ਨੇ ਸੱਦਿਆ, ਤੇ ਪਰ ਉਹਨਾਂ 1-2 ਤਰੀਕਾਂ ਦੇ ਪਹਿਲਾਂ ਇਹਨਾਂ ਨੇ ਇਹੋ ਹੀ ਬਹਾਨਾ ਜਿਹੜਾ ਉੱਥੇ ਲਾਇਆ ਸੀ ਕਿ ਪੇਸ਼ ਨਹੀਂ ਹੋਏ, ਤੇ ਬਾਅਦ 'ਚ ਜਦੋਂ ਪੇਸ਼ ਹੋਏ ਤੇ ਫਿਰ ਉਸ ਰਿਪੋਰਟ ਦਾ ਜੋ ਹਾਲ ਹੋਇਆ ਉਹ ਸਾਰਿਆਂ ਨੂੰ ਪਤਾ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਦੋਂ ਤੱਕ ਜਿਸ ਤਰੀਕੇ ਦੀ ਬਹਾਨੇਬਾਜ਼ੀ ਜਾਂ ਜਿਸ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ ਇਹਨਾਂ ਸਭਨਾਂ ਨੂੰ ਲੈ ਕੇ, ਇਸ ਸਾਰੇ ਦੇ ਪਿੱਛੇ 1 ਤਰੀਕ ਦਾ ਜਿਹੜਾ ਬਰਗਾੜੀ ਮੋਰਚੇ ਨਾਲ ਸੰਬੰਧਿਤ ਧਿਰਾਂ ਨੇ ਉਹਨਾਂ ਦੇ ਉਸ ਫੈਸਲੇ ਨੂੰ ਵੇਖਦਾ ਕਿ ਜਿਹੜਾ ਫੈਸਲਾ ਉਹ ਲੈਣਗੇ ਤਾਂ ਉਸ ਦਾ ਸਰਕਾਰ ਕਿਸ ਤਰੀਕੇ ਨਾਲ ਦਬਾਅ ਦੇ ਵਿੱਚ ਆਉਂਦੀ ਹੈ। ਕਿਉਂਕਿ ਇਸ ਵੇਲੇ ਸੁਖਵਿੰਦਰ ਜੀ ਟੋਟਲ ਜ਼ਿੰਮੇਵਾਰੀ ਜਿਹੜੀ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਹੈਗੀ ਆ। ਨਾ ਤਾਂ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਬਹੁਤਾ ਰੋਲ ਆ, ਨਾ ਹੀ ਦੂਸਰੇ ਬੰਨੇ ਕਿਸੇ ਦਾ ਰੋਲ ਹੈਗਾ ਕਾਂਗਰਸ ਦਾ, ਅਕਾਲੀ ਦਾ। ਇਸ ਵੇਲੇ ਟੋਟਲ ਜ਼ਿੰਮੇਵਾਰੀ ਜਿਹੜੀ ਭਗਵੰਤ ਸਿੰਘ ਮਾਨ ਦੀ ਕਿ ਉਹ ਇਸ ਮੁੱਦੇ ਨੂੰ ਕਿਵੇਂ ਲੈਂਦੀ ਹੈ। ਜਿਸ ਤਰ੍ਹਾਂ ਬਰਗਾੜੀ ਮੋਰਚੇ ਦੇ ਅਹੁਦੇ ਦਾ ਐਲਾਨ ਕਰਨਗੇ ਜਾਂ ਨਵਾਂ ਪ੍ਰੋਗਰਾਮ ਦਿੰਦੇ ਆ, ਉਸ ਦਾ ਪ੍ਰਭਾਵ ਜਾਂ ਉਸ ਨੂੰ ਟੈਕਲ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਭਗਵੰਤ ਸਿੰਘ ਮਾਨ ਦੀ ਆ। ਤਾਂ ਸੁਖਬੀਰ ਸਿੰਘ ਬਾਦਲ ਇਹ ਗੱਲ ਜ਼ਰੂਰ ਚਾਹੂਗਾ ਕਿ ਇਹੋ ਜਿਹੇ ਮਸਲੇ ਤੇ ਹਾਲਾਤ ਜਿਹੜੇ ਨੇ ਪੰਜਾਬ ਸਰਕਾਰ ਵਾਸਤੇ ਹੋਰ ਗੰਭੀਰ ਹੋਣ ਜਾਂ ਫਸੇ ਜਾਂ ਜਿਸ ਤਰ੍ਹਾਂ, ਕਿਉਂਕਿ ਟਕਰਾਓ ਜਿਹੜਾ ਸਿੱਧਾ ਹੁਣ ਉਹਨਾਂ ਨਾਲ ਹੋਣਾ। ਤੇ ਰਹੀ ਗੱਲ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਕਿ ਇਹ ਕਹਿਣਗੇ ਕਿ ਉਹ ਭੱਜਣ ਦੀ ਕੋਸ਼ਿਸ਼ ਕਰਦੇ, ਉਹਨਾਂ ਨੇ ਇਹਦੇ ਵਿੱਚੋਂ ਵੀ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਆ। ਤੁਸੀਂ ਦੇਖ ਲਿਓ, ਹਾਲਾਂਕਿ ਇਸ ਵੇਲੇ ਇਸ ਮੁੱਦਿਆਂ ਨੂੰ ਲੈ ਕੇ, ਬੇਅਦਬੀ ਦੇ ਮੁੱਦੇ ਨੂੰ ਲੈ ਕੇ, ਗੋਲੀकांड ਦੇ ਮੁੱਦੇ ਨੂੰ ਲੈ ਕੇ ਅੱਜ ਤੱਕ ਅਕਾਲੀ ਦਲ ਬੈਕਫੁੱਟ ਤੇ ਹੀ ਜਾ ਰਿਹਾ ਔਰ ਹੋਰ ਬੈਕਫੁੱਟ ਤੇ ਜਾ ਰਿਹਾ। ਪਰ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਰਣਨੀਤੀ ਰਹੀ ਆ ਕਿ ਹਰ ਮੁੱਦੇ ਤੇ ਉੱਤੇ ਰਾਜਨੀਤੀ ਕਰਨੀ, ਉਹਦਾ ਰਾਜਨੀਤਿਕ ਲਾਹਾ ਲਿਆ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਕੋਈ ਫਰਕ ਨਹੀਂ ਪੈਂਦਾ। ਉਹ 2 ਤਰੀਕ ਨੂੰ 3 ਤਰੀਕ ਨੂੰ ਪੇਸ਼ ਹੋ ਜਾਊਗਾ। ਜੇਕਰ ਉਹ ਬੰਦਾ ਕਹਿੰਦਾ ਸਰ ਮੈਨੂੰ ਸਮਝ ਹੀ ਨਹੀਂ ਮਿਲੇ ਕਿ ਉੱਥੇ ਜਾ ਕੇ ਕਿਸੇ ਨੇ ਵੇਖਣੇ ਥੋੜਾ ਆ।
ਬਾਕੀ ਇਹ ਗੱਲ ਅੰਕਿਤ ਸਾਹਿਬ, ਇਹ ਗੱਲ ਜੇ ਵਾਕਈ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਕਿ ਸੰਮਣ ਨਹੀਂ ਮਿਲੇ ਤਾਂ ਕਿਤੇ ਨਾ ਕਿਤੇ ਸਵਾਲ ਜਿਹੜੇ ਆ ਉਹ ਖੜੇ SIT ਤੇ ਵੀ ਹੁੰਦੇ ਆ ਕਿ ਭਾਈ ਤੁਸੀਂ ਸੰਮਣ ਫਿਰ ਪਹੁੰਚਦੇ ਕੀਤੇ ਕਿਉਂ ਨਹੀਂ? ਕਿ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਐਡਵਰਟਾਈਜ਼ਮੈਂਟ ਕਰਕੇ ਹੀ ਰਾਜੀ ਹੁੰਦੀ ਹੈ, ਚਾਹੇ ਉਹ ਜਿਹੜਾ ਸਿਕਿਉਰਿਟੀ ਵਾਲਾ ਮਾਮਲਾ ਹੋਵੇ ਜਾਂ ਹੋਰ ਮਾਮਲੇ ਹੁਣ, ਐਡਵਰਟਾਈਜ਼ਮੈਂਟ ਹੀ ਕਰਦੀ ਹੈ ਤੇ ਅਸਲੀਅਤ ਜਿੱਥੇ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਨਹੀਂ ਪਹੁੰਚ ਸਕਦੇ। ਤਾਂ ਜਿੱਥੇ ਸੰਮਣ ਪਹੁੰਚਣੇ ਚਾਹੀਦੇ ਸੀ ਉੱਥੇ ਸੰਮਣ ਪਹੁੰਚੇ ਨਹੀਂ। ਜੇ ਵਾਕਈ ਇਹ ਗੱਲ ਹੈਗੀ ਹੈ ਤਾਂ ਫਿਰ SIT ਦੇ ਤੇ ਸਰਕਾਰ ਤੇ ਵੀ ਵੱਡੇ ਜਿਹੜੇ ਸਵਾਲ ਉਹ ਖੜੇ ਹੁੰਦੇ ਆ ਅੰਕਿਤ ਸਾਹਿਬ। ਚਲੋ ਦੇਖਦੇ ਆ ਕਿ ਹੁਣ ਤਾਂ ਕੁਝ ਦੇਰ ਦਾ ਸਮਾਂ ਬਾਕੀ ਰਹਿ ਗਿਆ, 2 ਘੰਟੇ 2.5 ਘੰਟੇ ਦਾ ਸਮਾਂ ਬਾਕੀ ਰਹਿ ਗਿਆ, ਪਤਾ ਲੱਗ ਜੂਗਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ। ਤਾਂ ਅਗਲੀ ਬੜੀ ਅਹਿਮ ਖਬਰ ਆਪਾਂ ਲੈ ਲੈਂਦੇ ਆ ਅੰਕਿਤ ਸਾਹਿਬ। ਅਹਿਮ ਖਬਰ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਦਾ ਕੱਲ ਤੀਜੀ ਵਾਰੀ ਜਿਹੜਾ ਰਿਮਾਂਡ ਮਿਲ ਗਿਆ 2 ਦਿਨ ਦਾ, ਤੇ ਰਾਤੋਂ ਰਾਤ ਹੁਣ ਖੁਲਾਸੇ ਕੁਝ ਹੋਏ ਨੇ। ਤੁਹਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਕੁਝ ਅਹਿਮ ਕਾਗਜ਼ਾਤ ਜਿਹੜੇ ਆ ਉਹ ਜਿਹੜੇ ਹੱਥ ਲੱਗੇ ਨੇ ਵਿਜੀਲੈਂਸ ਤੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਸੰਬੰਧਿਤ। ਕੀ ਕੁਝ ਹੈ ਉਹ ਤੁਹਾਡੇ ਤੋਂ ਮੈਂ ਸਮਝਾਂਗਾ, ਪਰ ਹੁਣੇ ਜਿਹੜੀ ਮੇਰੇ ਤੱਕ ਉਹ ਜਾਣਕਾਰੀ ਪਹੁੰਚੀ ਹੈ ਉਹ ਇਹ ਹੈ ਕਿ 2 ਫਾਈਲਾਂ ਭਾਰਤ ਭੂਸ਼ਣ ਆਸ਼ੂ ਦੇ ਮਹਿਕਮੇ ਦੀਆਂ ਉੱਥੋਂ ਗਾਇਬ ਦੱਸੀਆਂ ਜਾ ਰਹੀਆਂ ਅੰਕਿਤ ਸਾਹਿਬ। ਪਤਾ ਲੱਗਿਆ ਕਿ ਜਿਹੜੀ ਇੱਕ CVC ਜਿਹੜੀ ਸੈਂਟਰਲ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਉਣਾ ਸੀਗਾ ਰਾਕੇਸ਼ ਸਿੰਗਲਾ, ਜਿਹੜਾ ਡਿਪਟੀ ਡਾਇਰੈਕਟਰ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਬਰਖਾਸਤ ਕੀਤਾ ਹੈ ਤੇ ਉਹ ਹੁਣ ਵਿਦੇਸ਼ ਕਹਿੰਦੇ ਭੱਜ ਗਿਆ ਰਾਕੇਸ਼ ਸਿੰਗਲਾ। ਇੱਕ ਤਾਂ ਉਹ ਜਿਹੜਾ CVC ਸੈਂਟਰਲ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਜਿਹੜੀ ਉਹਨੂੰ ਫਾਈਲ ਸੀ, ਇੱਕ ਤਾਂ ਉਹ, ਇੱਕ ਟੈਂਡਰ ਅਲਾਟਮੈਂਟ ਕਰਨ ਦੀ ਜਿਹੜੀ ਫਾਈਲ ਸੀਗੀ, ਇੱਕ ਉਹ ਵੀ ਜਿਹੜੀ ਗਾਇਬ ਦੱਸੀ ਜਾ ਰਹੀ ਹੈ। ਅੰਸ਼ਾ ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ? ਕੁਝ ਅਹਿਮ ਕਾਗਜ਼ਾਤ ਹਫ਼ਤਾ ਲੱਗੇ ਨੇ ਵਿਜੀਲੈਂਸ ਦੇ ਆਸ਼ੂ ਨਾਲ ਸੰਬੰਧਿਤ, ਪਰ ਕੁਝ ਫਾਈਲਾਂ ਜਿਹੜੀਆਂ ਉਹ ਗਾਇਬ ਦੱਸੀਆਂ ਜਾ ਰਹੀਆਂ ਨੇ। ਸੁਖਵਿੰਦਰ ਜੀ, ਜਿਹੜੀਆਂ ਤੁਸੀਂ ਫਾਈਲਾਂ ਦਾ ਜ਼ਿਕਰ ਕਰ ਰਹੇ ਜੀ ਕਿ ਫਾਈਲਾਂ ਜਿਹੜੀਆਂ ਗੁੰਮ ਨੇ, ਉਹਨਾਂ ਫਾਈਲਾਂ ਦੀ ਤਲਾਸ਼ੀ ਵਾਸਤੇ ਜਾਂ ਉਹਨਾਂ ਨੂੰ ਲੱਭਣ ਵਾਸਤੇ ਹੀ ਵਿਜੀਲੈਂਸ ਵੱਲੋਂ ਬੀਤੇ 2 ਦਿਨ ਜਿਹੜਾ 2 ਦਿਨ ਦਾ ਰਿਮਾਂਡ ਆ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਦੁਬਾਰਾ ਲਿਆ ਗਿਆ। ਹੁਣ ਜਿਸ ਤਰੀਕੇ ਨਾਲ ਤੁਸੀਂ ਆਹ ਗੱਲ ਕੀਤੀ ਕਿ ਕੁਝ ਕਾਗਜ਼ ਅਹਿਮ ਦਸਤਾਵੇਜ਼ ਹੱਥ ਲੱਗੇ ਨੇ, ਉਹਨਾਂ ਅਹਿਮ ਦਸਤਾਵੇਜ਼ਾਂ ਦੇ ਵਿੱਚੋਂ ਸੁਖਵਿੰਦਰ ਜੀ ਸਭ ਤੋਂ ਵੱਡੀ ਤਾਂ ਇੱਕ ਕਹਿੰਦੇ ਆ ਉਹ ਲਿਸਟ ਬਰਾਮਦ ਹੋਈ ਆ ਕਿ ਜਿਹਦੇ ਵਿੱਚ ਖਾਸ ਜਿਹੜੇ ਇੰਦਰਜੀਤ ਸਿੰਘ ਇੰਦੀ, ਸੰਨੀ ਮਲਹੋਤਰਾ, ਜਿਹੜੇ ਮੇਅਰ ਦੀ ਬਲਕਾਰ ਸਿੰਘ, ਉਹਨਾਂ ਦੇ ਨਾਲ ਸੰਬੰਧਿਤ ਲੋਕ ਜਿਹੜੇ ਹਨ, ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਨ੍ਹਾਂ ਦਾ ਲੈਣ ਦੇਣ ਭਾਰਤ ਭੂਸ਼ਣ ਆਸ਼ੂ ਨਾਲ ਹੁੰਦਾ ਰਿਹਾ, ਉਹੋ ਜਿਹੇ ਕੁਝ ਕਾਗਜ਼ਾਤ ਜਿਹੜੇ ਨੇ, ਜਿਹੜੇ ਬਕਾਇਦਾ ਇੱਕ ਡਾਇਰੀ ਦੇ ਰੂਪ ਦੇ ਵਿੱਚ ਨੇ, ਉਹ ਵਿਜੀਲੈਂਸ ਦੇ ਹੱਥ ਲੱਗੇ ਨੇ ਬੀਤੀ ਰਾਤ ਦੇ ਸਮੇਂ ਦੌਰਾਨ ਜਦੋਂ ਉਹਨਾਂ ਨੇ ਰਿਮਾਂਡ ਲੈ ਕੇ ਦੁਬਾਰਾ ਕਾਰਵਾਈ ਜਿਹੜੀ ਸ਼ੁਰੂ ਕੀਤੀ ਹੈ। ਸੁਖਵਿੰਦਰ ਜੀ, ਇਸ ਵੇਲੇ ਜਿਹੜਾ ਦਬਾਅ ਹੈ ਉੱਥੇ ਭਾਰਤ ਭੂਸ਼ਣ ਆਸ਼ੂ ਦੇ ਨਾਲ 2 ਬੰਦਿਆਂ ਨੂੰ ਗ੍ਰਿਫਤਾਰ ਕਰਨ ਦਾ ਦਬਾਅ ਜਿਹੜਾ ਨਾ ਇਸ ਵੇਲੇ ਵਿਜੀਲੈਂਸ ਬਿਊਰੋ ਦੇ ਉੱਤੇ ਹੈਗਾ। ਇੱਕ ਹੈ ਇੰਦਰਜੀਤ ਸਿੰਘ ਇੰਦੀ ਤੇ ਦੂਜਾ ਹੈ ਸੰਨੀ ਮਲਹੋਤਰਾ ਤੇ ਤੀਸਰਾ ਜਿਹੜਾ ਮੀਨੂ ਪੰਕਜ ਮਲਹੋਤਰਾ ਜਿਹੜਾ ਹੈਗਾ। ਇਹ 3 ਬੰਦੇ ਨੇ ਜਿਨ੍ਹਾਂ ਦੇ ਵਿਰੁੱਧ ਇਸ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਪੂਰਨ ਤੌਰ ਤੇ ਕਮਰ ਕੱਸੇ ਕਰ ਚੁੱਕੀ ਹੈ ਤੇ ਥਾਂ ਤੇ ਛਾਪੇ ਮਾਰੇ ਜਾ ਰਹੇ ਨੇ, ਪਰ ਇਹ ਬੰਦੇ ਅਜੇ ਤੱਕ ਵਿਜੀਲੈਂਸ ਬਿਊਰੋ ਦੇ ਹੱਥ ਜਿਹੜੇ ਉਹ ਨਹੀਂ ਲੱਗੇ। ਇਸ ਦਾ ਕਾਰਨ ਇਹੋ ਹੀ ਹੈ ਕਿਉਂਕਿ ਵਿਜੀਲੈਂਸ ਨੇ ਬੀਤੇ 4 ਜਾਂ 5 ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨਾਲ ਜਿਹੜਾ ਡਾਇਲਾਗ ਕੀਤਾ ਜਾਂ ਜੋ ਉਸਦੀ ਜਾਂਚ ਕੀਤੀ, ਉਹਦੇ ਵਿੱਚ ਇਹੋ ਹੀ ਆਇਆ ਕਿ ਇਹਨਾਂ 3 ਵਿਅਕਤੀਆਂ ਤੋਂ ਇਲਾਵਾ ਸ਼ਹਿਰ ਦੇ 2-3 ਵਿਅਕਤੀ ਹੋਰ ਨੇ ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਜਿਹੜੇ ਟੈਂਡਰ ਘੁਟਾਲਾ ਸੀ ਉਹਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਨੇ, ਤੇ ਕੇਵਲ 20 ਜਾਂ 25 ਬੰਦੇ ਠੇਕੇਦਾਰ ਹਨ ਜਿਨ੍ਹਾਂ ਨੂੰ ਇਹਨਾਂ ਬੰਦਿਆਂ ਦਾ ਰਾਹੀਂ ਜਿਹੜਾ ਫਾਇਦਾ ਜਿਹੜਾ ਪਹੁੰਚਾਇਆ ਗਿਆ। ਬਾਕੀ ਜਿਹੜੇ ਛੋਟੇ ਠੇਕੇਦਾਰ ਸੀ ਉਹ ਇਹਨਾਂ 20-25 ਬੰਦਿਆਂ ਦੇ ਅਸੀਂ ਕਹਿ ਸਕਦੇ ਹਾਂ ਕਿ ਸ਼ਿਕਾਰ ਹੋਏ ਨੇ, ਅਣਦੇਖੀ ਦਾ ਸ਼ਿਕਾਰ ਹੋਏ ਤੇ 20-25 ਬੰਦਿਆਂ ਨੇ ਕਰੋੜਾਂ ਦਾ ਘਪਲਾ ਜਿਹੜਾ ਕਰਕੇ ਆਪ ਵੀ ਕੀਤਾ ਤੇ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਨੂੰ ਵੀ ਉਹਦਾ ਕਮਾਈ ਦਾ ਜਿਹੜਾ ਹਿੱਸਾ ਉੱਥੋਂ ਤੱਕ ਪਹੁੰਚਦਾ ਜਿਹੜਾ ਕੀਤਾ। ਹੁਣ ਜਿਹੜੀ ਸਭ ਤੋਂ ਇੰਟਰਸਟਿੰਗ ਖਬਰ ਆ, ਕੱਲ ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਉੱਥੇ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ, ਤੇ ਅਦਾਲਤ ਦੇ ਵਿੱਚ ਗੁਰਪ੍ਰੀਤ ਸਿੰਘ ਨੇ ਜਿਸਨੇ ਭਾਰਤ ਭੂਸ਼ਣ ਆਸ਼ੂ ਦੀ ਸ਼ਿਕਾਇਤ ਕੀਤੀ ਸੀ, ਉਹਦਾ ਜਿਹੜਾ ਵਕੀਲ ਜਿਹੜੇ ਵਿਕਰਮ ਸਿੱਧੂ ਜਿਹੜੇ ਪੇਸ਼ ਹੋਏ, ਤਾਂ ਇਹ ਉਹੀ ਵਿਕਰਮ ਸਿੱਧੂ ਨੇ ਜਿਹੜੇ ਬੀਤੇ ਦੌਰ 'ਚ ਜਿਹੜੇ ਉਹ ਇਲੈਕਸ਼ਨ ਹੁੰਦੀ ਆ ਤਾਂ ਇਹ ਭਾਰਤ ਭੂਸ਼ਣ ਦੇ ਵਿਰੁੱਧ ਬਤੌਰ ਭਾਜਪਾ ਦੇ ਕੈਂਡੀਡੇਟ ਵਜੋਂ ਵੀ ਇਹਨਾਂ ਨੇ ਜਿਹੜੀ ਆ ਉੱਥੇ ਚੋਣ ਲੜੀ ਸੀ, ਜਦੋਂ ਕਿ ਉਸ ਚੋਣ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਵੀ ਹਾਰ ਗਏ ਤੇ ਵਿਕਰਮ ਸਿੱਧੂ ਵੀ ਹਾਰ ਗਏ ਤੇ ਦੂਜੇ ਪਾਸੇ ਗੁਰਪ੍ਰੀਤ ਗੋਗੀ ਜਿਹੜੇ ਸਨ ਉਹ ਜਿੱਤ ਗਏ। ਹੁਣ ਜਿਹੜੀਆਂ ਸਥਿਤੀਆਂ ਆਏ ਨੇ, ਕੱਲ ਅਦਾਲਤ ਵਿੱਚ ਵਿਕਰਮ ਸਿੱਧੂ ਫਿਰ ਪੇਸ਼ ਹੋਏ ਨੇ ਤੇ ਇਹਨਾਂ ਆਪਣੇ ਗੁਰਪ੍ਰੀਤ ਸਿੰਘ ਦੇ ਵਕੀਲ ਵਜੋਂ, ਤਾਂ ਉੱਥੇ ਕਿਹਾ ਜਾਂਦਾ ਕਿ ਆਪਣੇ ਜਿਹੜੇ ਵਿਕਰਮ ਸਿੱਧੂ ਸਨ ਇਹਨਾਂ ਟਕਾ ਕੇ ਜ਼ਬਰਦਸਤ ਜਿਹੜੀ ਬਹਿਸ ਜਿਹੜੀ ਆ ਉਹ ਕੀਤੀ ਤੇ ਬੜੇ ਤਕੜੇ ਹੱਥੀ ਜਿਹੜਾ ਭਾਰਤ ਭੂਸ਼ਣ ਆਸ਼ੂ ਨੂੰ ਲਿਆ। ਤੇ ਬਹਿਸ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਪ੍ਰਸ਼ਨ ਇਹ ਉਠਾਇਆ ਕਿ ਜਿਸ ਤਰੀਕੇ ਨਾਲ ਰਾਜਾ ਵੜਿੰਗ ਵੀ ਕਹਿੰਦੇ ਨੇ, ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਨੇ ਵੀ ਕਿਹਾ,
ਕਿ ਢੋਆ ਢਵਾਈ ਤੇ ਹੋਈ ਨਹੀਂ, ਕੋਈ ਵੀ ਇਦਾਂ ਦੀ ਚੱਕਰ ਨਹੀਂ ਹੋਇਆ। ਜਿਹੜੀ ਆਪਾਂ ਕਹਿ ਸਕਦੇ ਜੇ ਉਹ ਫਸਲਾਂ ਸੀ ਜਾਂ ਕੋਈ ਅਨਾਜ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਗਿਆ ਹੀ ਨਹੀਂ, ਤਾਂ ਕਹਿੰਦੇ ਨੇ ਵਿਕਰਮ ਸਿੱਧੂ ਨੇ ਇਹ ਪ੍ਰਸ਼ਨ ਉਠਾਇਆ ਕਿ ਜੇਕਰ ਅਨਾਜ ਦੀ ਢੋਆ ਢਵਾਈ ਹੋਈ ਨਹੀਂ ਤਾਂ ਫਿਰ ਮਹਿਕਮੇ ਵੱਲੋਂ ਲੱਖਾਂ ਦੇ ਜਿਹੜੇ ਬਿੱਲ ਨੇ ਕਿਰਾਏ ਦੇ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਪੇਸ਼ ਕਰ ਦਿੱਤੇ ਗਏ। ਕਹਿੰਦੇ ਇਹ ਇੱਕ ਜ਼ਬਰਦਸਤ ਨੁਕਤਾ ਵਿਕਰਮ ਸਿੱਧੂ ਵੱਲੋਂ ਅਦਾਲਤ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਇਸ ਦਾ ਜਵਾਬ ਨਾ ਤਾਂ ਭਾਰਤ ਭੂਸ਼ਣ ਕੋਲ ਸੀ ਤੇ ਨਾ ਹੀ ਉਸਦੀ ਸੰਬੰਧਿਤ ਵਕੀਲਾਂ ਕੋਲ। ਤਾਂ ਇਸ ਦੇ ਆਧਾਰ ਦੇ ਉੱਤੇ ਹੀ ਵਿਜੀਲੈਂਸ ਬਿਊਰੋ ਨੇ ਵੀ ਆਪਣੇ ਤੱਥ ਜਿਹੜੇ ਨੇ ਪੇਸ਼ ਕੀਤੇ ਨੇ, ਤਾਂ ਉਸ ਆਧਾਰ ਤੇ 2 ਦਿਨ ਦਾ ਜਿਹੜਾ ਰਿਮਾਂਡ ਆ ਉਹ ਜਿਹੜਾ ਆ ਉਹ ਦੇ ਦਿੱਤਾ ਗਿਆ। ਤੇ ਸੁਖਵਿੰਦਰ ਜੀ ਇਹ ਵੀ ਇੱਕ ਖਬਰ ਨਾਲ ਆਪਾਂ ਕਰ ਦਈਏ ਕਿ ਜਿਸ ਤਰੀਕੇ ਨਾਲ ਕੱਲ ਆਪਾਂ ਸਵੇਰੇ ਕੱਲ ਦੇ ਪ੍ਰੋਗਰਾਮ 'ਚ ਤੁਸੀਂ ਗੱਲ ਕੀਤੀ ਸੀ ਕਿ ਈਡੀ ਨੇ ਇਹਦਾ ਸੰਬੰਧਿਤ ਰਿਕਾਰਡ ਜਿਹੜਾ ਮੰਗ ਲਿਆ, ਤੇ ਹੁਣ ਕਹਿੰਦੇ ਨੇ ਉਹ ਫਾਈਲਾਂ ਜਿਹੜੀਆਂ ਨੇ ਖਾਸ ਤੌਰ ਤੇ ਟੈਂਡਰ ਘੁਟਾਲੇ ਦੀਆਂ ਫਾਈਲਾਂ ਵਿਜੀਲੈਂਸ ਬਿਊਰੋ ਦੇ ਰਾਹੀਂ ਈਡੀ ਜਲੰਧਰ ਤੱਕ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ, ਤਾਂ ਬੁੱਕ ਕਰ ਲਿਆ ਗਿਆ। ਤੇ ਇਹ ਵੀ ਹੋ ਸਕਦਾ ਕਿ ਜਿਸ ਦਿਨ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਖਤਮ ਹੁੰਦਾ ਅਗਲੇ ਦਿਨ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈਗੀ ਆ ਉਹ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਪਣੇ ਪੱਧਰ ਤੇ ਉਸਦੀ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਸਕਦੀ ਆ। ਇਹ ਵੀ ਜਿਹੜੇ ਤੱਥ ਜਿਹੜੇ ਨੇ ਨਵੀਂ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਹੈ, ਕਿਉਂਕਿ ਵਿਜੀਲੈਂਸ ਬਿਊਰੋ ਦਾ ਅੱਜ ਦਾ ਜਾਂ ਕੱਲ ਦਾ 2 ਦਿਨ ਦਾ ਰਿਮਾਂਡ ਜਿਹੜਾ ਕੱਲ ਖਤਮ ਹੋ ਜਾਏਗਾ, ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਹਿਰਾਸਤ ਵਿੱਚ ਜਾਂਦੇ ਜਾਂ ਨਹੀਂ ਜਾਂਦੇ ਜਾਂ ਕੀ ਆ, ਪਰ ਉਸ ਤੋਂ ਬਾਅਦ ਈਡੀ ਦੀ ਜਿਹੜੀ ਕਾਰਵਾਈ ਆ ਉਹ ਵੀ ਸ਼ੁਰੂ ਜਿਹੜੀ ਆ ਹੋਣ ਦੇ ਲਗਭਗ ਪੂਰਨ ਤੌਰ ਤੇ ਤਿਆਰ ਹੋ ਚੁੱਕੀ ਆ। ਤਾਂ ਈਡੀ ਜਿਹੜੀ ਹੈ, ਈਡੀ ਨੇ ਜ਼ਿਆਦਾ ਜਿਸ ਤਰੀਕੇ ਦੇ ਨਾਲ ਉਹਦੀ ਕਾਰਜਸ਼ੈਲੀ ਰਹੀ ਹੈ, ਉਸਨੇ ਇਹ ਵੇਖਣਾ ਹੁੰਦਾ ਕਿ ਜਿਹੜਾ ਇਹ ਦੋਸ਼ੀ ਹੈ ਕਲਪ੍ਰਿਟ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਮਨੀ ਲਾਂਡਰਿੰਗ ਤੇ ਰਾਹੀਂ ਦਾ ਕੀ ਇਹਦਾ ਬੈਨੀਫਿਟ ਹੈਗਾ। ਤੇ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਦੁਬਈ ਕਨੈਕਸ਼ਨ ਜਿਸ ਦੀ ਗੱਲ ਆਪਾਂ ਪਹਿਲਾਂ ਕੀਤੀ, ਉਹਦੇ ਵਿੱਚ ਇਹ ਵੀ ਪਤਾ ਲੱਗਾ ਕਿ ਕੁਝ ਪਾਰਕਿੰਗ ਜਿਹੜੀ ਆ ਭਾਰਤ ਭੂਸ਼ਣ ਆਸ਼ੂ ਨੇ ਕੁਝ ਪਾਰਕਿੰਗ ਦੇ ਠੇਕੇ ਜਿਹੜੇ ਨੇ ਦੁਬਈ ਦੇ ਵਿੱਚ ਆਪਣੇ ਉਸ ਇਨਵੈਸਟਰ ਲਾਈਨ ਜਿਹੜੇ ਲਏ ਨੇ ਉਸ ਨਿਵੇਸ਼ਕ ਰਾਹੀਂ, ਜਿਸ ਨੂੰ ਈਡੀ ਨੇ ਬੜਾ ਗੰਭੀਰਤਾ ਨਾਲ ਲੈ ਕੇ ਉਹਦੇ ਉੱਤੇ 20 ਸਕੰਜਾ ਕੱਸਣਾ ਜਿਹੜਾ ਸ਼ੁਰੂ ਕਰ ਦਿੱਤਾ। ਸੋ ਈਡੀ ਕੋ ਤੇ ਵਿਜੀਲੈਂਸ ਬਿਊਰੋ ਕੋ ਫਾਈਲਾਂ ਜਿਹੜੀਆਂ ਪਹੁੰਚੀਆਂ ਨੇ, ਤੇ ਖਾਸ ਤੌਰ ਤੇ ਇੱਕ ਉਹ ਡਾਇਰੀ ਦੇ ਵਿੱਚ ਜਿਹੜੇ 20-25 ਖਾਸ ਤੌਰ ਤੇ ਮਹੱਤਵਪੂਰਨ ਠੇਕੇਦਾਰ ਨੇ ਉਹਨਾਂ ਦੇ ਨਾਮ ਨੇ, ਉਹਨਾਂ ਦਾ ਲੈਣ ਦੇਣ ਦਾ ਪ੍ਰਚਾਰ ਹੈ, ਜੋ ਵੀ ਕੀਤਾ ਗਿਆ ਉਹ ਸਾਰਾ ਵਿਜੀਲੈਂਸ ਬਿਊਰੋ ਦੇ ਹੱਥ ਜਿਹੜਾ ਉਹ ਲੱਗ ਚੁੱਕਾ। ਹੁਣ ਇਹ ਵੇਖਣਾ ਹੋਵੇਗਾ ਕਿ ਅਗਲੇ ਦਿਨਾਂ 'ਚ ਭਾਰਤ ਭੂਸ਼ਣ ਦੇ ਆਸ਼ੂ ਦੇ ਪ੍ਰਤੀ ਵਿਜੀਲੈਂਸ ਨੇ ਕੀ ਦਿੱਤੀ ਆ। ਕਿ ਕੱਲ ਜਦੋਂ ਵਿਜੀਲੈਂਸ ਆ ਰਿਮਾਂਡ ਖਤਮ ਹੋਵੇਗਾ ਕਿ ਵਿਜੀਲੈਂਸ ਹੋਰ ਰਿਮਾਂਡ ਦੀ ਮੰਗ ਕਰੇਗੀ ਜਾਂ ਨਹੀਂ ਕਰੇਗੀ। ਜੇ ਨਹੀਂ ਕਰਦੀ ਤੇ ਇਸ ਦਾ ਸਾਫ਼ ਮਤਲਬ ਫਿਰ ਇਹ ਨਿਕਲੇਗਾ ਕਿ ਹੁਣ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਤਿਆਰੀ ਆ ਉਹ ਜਲੰਧਰ ਦੇ ਸਫ਼ਰ ਦੀ ਹੋਵੇਗੀ, ਯਾਨੀ ਕਿ ਈਡੀ ਵੱਲੋਂ। ਜੀ ਬਿਲਕੁਲ ਬਿਲਕੁਲ। ਤਾਂ ਦੇਖਣ ਵਾਲੀ ਗੱਲ ਹੈ ਕਿ ਕਿਉਂਕਿ ਈਡੀ ਦੀ ਵੀ ਇਸ ਪੂਰੇ ਮਾਮਲੇ 'ਚ ਐਂਟਰੀ ਹੋ ਚੁੱਕੀ ਹੈ, ਤੇ ਈਡੀ ਨੇ ਵੀ ਜਿਹੜੇ ਆ ਉਹ ਕਾਗਜ਼ਾਤ ਭਾਰਤ ਭੂਸ਼ਣ ਆਸ਼ੂ ਦੇ ਕੇਸ ਨਾਲ ਸੰਬੰਧਿਤ ਜਿਹੜੇ ਆ ਉਹ ਮੰਗ ਲਏ ਆ ਕਿ ਜਿਹੜਾ ਰਿਮਾਂਡ ਖਤਮ ਹੋਊਗਾ ਕਿ ਉਸ ਤੋਂ ਬਾਅਦ ਆਸ਼ੂ ਨੂੰ ਈਡੀ ਵੀ ਜਿਹੜੀ ਲਿਆਂਦੀ ਹੈ ਅੱਗੇ ਕੀ ਕੁਝ ਹੋਊਗਾ। ਤੁਹਾਨੂੰ ਜਿਹੜੀਆਂ ਅਹਿਮ ਫਾਈਲਾਂ ਗਾਇਬ ਹੋਈਆਂ ਉਹ ਵੀ ਤੁਹਾਨੂੰ ਦੱਸੀਆਂ ਨੇ, ਤਾਂ ਜਿਹੜੇ ਅਹਿਮ ਕਾਗਜ਼ਾਤ ਮਿਲੇ ਉਹ ਵੀ ਤੁਹਾਨੂੰ ਦੱਸੇ ਨੇ, ਔਰ ਅੱਗੇ ਵੀ ਕੀ ਕੁਝ ਇਸ ਕੇਸ ਦੇ ਵਿੱਚ ਹੋਊਗਾ ਉਸ ਤੇ ਵੀ ਅਸੀਂ ਪਹਿਲੀ ਨਜ਼ਰ ਜਿਹੜੀ ਆ ਉਹ ਬਣਾਈ ਰੱਖਾਂਗੇ। ਤਾਂ ਆਂਟੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।